ਭਿਖਾਰੀ ਦੀ ਆਤਮ ਕਥਾ। ਇਹ ਵਿਸ਼ਾ ਸੁਣ ਕੇ ਤੁਸੀਂ ਹੈਰਾਨ ਹੋ ਗਏ ਹਨਾ। ਆਤਮ ਕਥਾਵਾਂ ਤਾਂ ਬਹੁਤ ਹੀ ਪ੍ਰਸਿੱਧ ਲੋਕਾਂ ਦੀਆਂ ਹੁੰਦੀਆਂ ਨੇ ਤੇ ਭਿਖਾਰੀ ਦੀ ਆਤਮ ਕਥਾ ਕੀ ਹੋ ਸਕਦੀ ਹੈ ਭਲਾ, ਇਹੀ ਸੋਚ ਰਹੇ ਹੋ ਨਾ ਤੁਸੀਂ। ਪਰ ਥੋੜਾ ਜਿਹਾ ਰੁਕੋ, ਪਹਿਲਾਂ ਜ਼ਰਾ ਝਾਤ ਮਾਰੋ, ਕਦੀ ਤੁਹਾਡਾ ਸਾਹਮਣਾ ਕਿਸੇ ਭਿਖਾਰੀ ਨਾਲ ਹੋਇਆ ਹੋਵੇ। ਵੈਸੇ ਤੁਸੀਂ ਨਾ ਵੀ ਆਖੋਗੇ ਨਾ ਤਾਂ ਵਿਸ਼ਵਾਸ ਨਹੀਂ ਹੋਣਾ, ਕਿਉਂਕਿ ਜੇ ਪੰਜਾਬ ਦੀ ਗੱਲ ਕਰੀਏ ਤਾਂ ਧਾਰਮਿਕ ਸਥਾਨਾਂ ਦੇ ਬਾਹਰ ਤੇ ਵਾਹਵਾ ਗਿਣਤੀ 'ਚ ਭੀਖ ਮੰਗਦੇ ਨਜ਼ਰ ਆ ਜਾਂਦੇ ਨੇ। ਤੇ ਫਿਰ ਕਦੇ ਕਦਾਈ ਕੋਈ ਘਰਾਂ ਦਾ ਕੁੰਡਾ ਖੜਕਾ ਕੇ ਕੁਝ ਮੰਗਣ ਦੀ ਆਵਾਜ਼ ਦਿੰਦਾ ਹੋਇਆ ਸੁਣਿਆ ਜਾ ਸਕਦਾ ਹੈ। ਹੋਰ ਤੇ ਹੋਰ ਆਵਾਜਾਈ ਬੱਤੀ ਯਾਨੀ ਕਿ ਟ੍ਰੈਫਿਕ ਲਾਈਟ ਤੇ ਬਹੁਤੀਆਂ ਥਾਵਾਂ ਤੇ ਮੈਲੇ ਕੁਚੈਲੇ ਕੱਪੜੇ ਪਾਈ ਵੱਡੀਆਂ ਵੱਡੀਆਂ ਕਾਰਾਂ ਵਾਲਿਆਂ ਦੇ ਸ਼ੀਸ਼ੇ ਖੜਕਾਉਂਦੇ ਨੇ ਤੇ ਕਈ ਹੌਲੀ ਦੇਣੀ ਸ਼ੀਸ਼ਾ ਹੇਠਾਂ ਕਰਕੇ ਉਹਨਾਂ ਦੀ ਝੋਲੀ ਵਿੱਚ ਕੁਝ ਨਾ ਕੁਝ ਪਾ ਦਿੰਦੇ ਨੇ ਤੇ ਕਈ ਐਵੇਂ ਕਚੀਚੀਆਂ ਵੱਟ ਮੱਥੇ ਤੇ ਤਿਉੜੀਆਂ ਪਾ ਲੈਣਗੇ ਤੇ ਕੁਝ ਮੰਦੇ ਬੋਲ ਵੀ ਦਿੰਦੇ ਨੇ। ਵੈਸੇ ਇੱਕ ਗੱਲ ਆਖਾਂ, ਤੁਸੀਂ ਗੁੱਸਾ ਤਾਂ ਨਾ ਕਰੋਗੇ, ਜੇ ਕਰ ਵੀ ਲਓਗੇ ਤਾਂ ਕੋਈ ਬਹੁਤਾ ਫਰਕ ਨਹੀਂ ਪੈਣਾ, ਕਿਉਂਕਿ ਅਸਲ ਵਿੱਚ ਅਸੀਂ ਸਾਰੇ ਹੀ ਭਿਖਾਰੀ ਹੀ ਤਾਂ ਹਾਂ। ਹੁਣ ਇੱਕ ਨਵਾਂ ਸਵਾਲ ਤੁਹਾਡੇ ਮਨ ਵਿੱਚ ਜ਼ਰੂਰ ਆ ਗਿਆ ਹੈ ਤੇ ਥੋੜਾ ਗੁੱਸਾ ਵੀ ਕਿ ਸਾਡੇ ਕੋਲ ਤਾਂ ਚੰਗਾ ਕਾਰੋਬਾਰ ਹੈ, ਰਹਿਣ ਲਈ ਵਧੀਆ ਘਰ-ਬਾਰ ਹੈ, ਪਾਉਣ ਲਈ ਬ੍ਰਾਂਡਡ ਕੱਪੜੇ ਨੇ, ਭਲਾ ਅਸੀਂ ਭਿਖਾਰੀ ਕਿਵੇਂ ਹੋਏ? ਇਸ ਦਾ ਜਵਾਬ ਬੜਾ ਸੌਖਾ ਹੈ। ਅਸੀਂ ਸਾਰੇ ਵੀ ਤਾਂ ਰੱਬ ਸੱਚੇ ਦੇ ਦਰਬਾਰ ਜਦੋਂ ਨਤਮਸਤਕ ਹੁੰਦੇ ਹਾਂ ਤਾਂ ਆਪਣੇ ਮਾਲਕ ਪ੍ਰਭੂ ਕੋਲੋਂ ਕੁਝ ਨਾ ਕੁਝ ਮੰਗਦੇ ਹਾਂ। ਤੇ ਮੰਗਾਂ ਦੀ ਲੜੀ ਕਿੰਨੀ ਲੰਬੀ ਹੋ ਸਕਦੀ ਹੈ। ਜੇ ਇਸ ਬਾਰੇ ਗੱਲ ਕਰਨੀ ਹੈ ਤਾਂ ਫਿਰ ਘੜੀ ਦੀਆਂ ਸੂਈਆਂ ਨੂੰ ਰੋਕ ਕੇ ਰੱਖ ਲੈਣ ਦੀ ਤਾਕਤ ਚਾਹੀਦੀ ਹੈ, ਜੋ ਸਾਡੇ ਕੋਲ ਤਾਂ ਨਹੀਂ ਹੈ। ਪਰ ਹਾਂ, ਆਪਣੇ ਵਿਸ਼ੇ ਵੱਲ ਮੁੜੀਏ ਤਾਂ ਭੀਖ ਮੰਗਣ ਵਾਲਿਆਂ ਦਾ ਉਮਰ ਨਾਲ ਕੋਈ ਸੰਬੰਧ ਨਹੀਂ। ਨਿੱਕੇ ਨਿੱਕੇ ਬਾਲ, ਕੋਈ ਨੌਜਵਾਨ, ਕੋਈ ਬਜ਼ੁਰਗ ਤੇ ਕੋਈ ਔਰਤ ਨਿੱਕੇ ਬੱਚੇ ਨੂੰ ਕੁੱਛੜ ਚੁੱਕੀ ਆਮ ਨਜ਼ਰ ਆ ਜਾਂਦੇ ਨੇ। ਮੈਂ ਭਿਖਾਰੀਆਂ ਦੇ ਪੱਖ ਜਾਂ ਵਿਰੋਧ ਦੀ ਗੱਲ ਨਹੀਂ ਕਰ ਰਹੀ, ਬਸ ਇਨਸਾਨ ਹੋਣ ਦੇ ਨਾਤੇ ਗੱਲ ਇਨਸਾਨੀਅਤ ਦੀ ਕਰਦੇ ਹਾਂ। ਪਹਿਲਾਂ ਬਹੁਤ ਵਿਸ਼ਾਲ ਤੇ ਹੁਣ ਤਕਨੀਕ ਦੇ ਵਿਕਾਸ ਨਾਲ ਨਿੱਕੀ ਜਿਹੀ ਬਣ ਚੁੱਕੀ ਦੁਨੀਆ ਦੀ ਤਾਂ ਪੂਰੀ ਦੁਨੀਆ 'ਚ ਕਿੰਨੇ ਕੁ ਭਿਖਾਰੀ ਹੋਣਗੇ, ਇਹਦਾ ਹਿਸਾਬ ਕਿਤਾਬ ਕਾਫੀ ਲੰਮੇਰਾ ਹੋ ਜਾਊ। ਜੇ ਗੱਲ ਕਰੀਏ ਆਪਣੇ ਦੇਸ਼ ਭਾਰਤ ਦੀ ਤਾਂ ਇੱਕ ਮੋਟੇ ਅੰਦਾਜ਼ੇ ਮੁਤਾਬਿਕ 4 ਲੱਖ ਤੋਂ ਵੱਧ ਭਿਖਾਰੀ ਸਾਡੇ ਦੇਸ਼ ਵਿੱਚ ਨੇ। ਸਭ ਤੋਂ ਪਹਿਲੀ ਵਾਰ ਭੀਖ ਕਿਸ ਨੇ ਮੰਗੀ, ਕਦੋਂ ਮੰਗੀ ਤੇ ਉਸ ਨੂੰ ਭੀਖ ਵਿੱਚ ਕੀ ਮਿਲਿਆ, ਇਹਦਾ ਜਵਾਬ ਤਾਂ ਗੂਗਲ ਗੁਰੂ ਕੋਲੋਂ ਵੀ ਨਹੀਂ ਮਿਲਿਆ। ਪਰ ਜਦੋਂ ਇਤਿਹਾਸ ਦੇ ਵਰਕਿਆਂ ਨੂੰ ਫਰੋਲਿਆ ਤਾਂ ਪਤਾ ਲੱਗਿਆ, ਜਦੋਂ ਤੋਂ ਮਨੁੱਖੀ ਹੋਂਦ ਸ਼ੁਰੂ ਹੋਈ ਤਦੋਂ ਤੋਂ ਹੀ ਇਹ ਵਰਤਾਰਾ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। ਦੁਨੀਆ ਭਰ ਦੇ ਕੁਝ ਇੱਕ ਦੇਸ਼ਾਂ ਨੂੰ ਛੱਡ ਦਈਏ ਤਾਂ ਬਹੁਤ ਸਾਰੇ ਦੇਸ਼ਾਂ 'ਚ ਭਿਖਾਰੀ ਮੌਜੂਦ ਨੇ। ਹਾਲਾਂਕਿ ਇਹਨਾਂ ਦਾ ਰੰਗ ਰੂਪ, ਸਰੂਪ ਤੇ ਮੰਗਣ ਦਾ ਅੰਦਾਜ਼ ਆਪੋ ਆਪਣੇ ਇਲਾਕਿਆਂ ਮੁਤਾਬਿਕ ਵੱਖੋ ਵੱਖਰਾ ਹੈ। ਕਈ ਥਾਵਾਂ ਤੇ ਭੀਖ ਮੰਗਣਾ ਕਾਨੂੰਨੀ ਅਪਰਾਧ ਵੀ ਮੰਨਿਆ ਜਾਂਦਾ ਹੈ ਤੇ ਕਈ ਥਾਵਾਂ ਤੇ ਇਹਨਾਂ ਲਈ ਕਈ ਛੋਟਾਂ ਵੀ ਦਿੱਤੀਆਂ ਹੋਈਆਂ ਨੇ। ਹੁਣ ਗੱਲ ਕਰੀਏ ਭਿਖਾਰੀਆਂ ਦੀਆਂ ਕਿਸਮਾਂ ਦੀ ਤੇ ਤੁਹਾਡੇ ਮਨ ਵਿੱਚ ਫਿਰ ਇੱਕ ਸਵਾਲ, ਜੀ ਹਾਂ, ਇਹ ਵੀ ਕਈ ਤਰ੍ਹਾਂ ਦੇ ਹੁੰਦੇ ਨੇ। ਕਈਆਂ ਲਈ ਭੀਖ ਮੰਗਣਾ ਇੱਕ ਆਦਤ, ਕਈਆਂ ਲਈ 2 ਵੇਲੇ ਦੀ ਰੋਟੀ ਦਾ ਜੁਗਾੜ, ਕਈਆਂ ਲਈ ਪੇਸ਼ੇਵਰਾਨਾ ਢੰਗ ਨਾਲ ਸੌਖੀ ਕਮਾਈ ਦਾ ਜ਼ਰੀਆ। ਕਈਆਂ ਦਾ ਆਪਣੀ ਰੋਟੀ ਤੋਂ ਇਲਾਵਾ ਉਹਨਾਂ ਦਾ ਮਕਸਦ ਦੱਬੇ ਕੁਚਲੇ ਲੋਕਾਂ ਦੀ ਮਦਦ ਕਰਨਾ ਵੀ ਹੈ ਤੇ ਕਈਆਂ ਲਈ ਇਹ ਮਜਬੂਰੀ ਵਾਲੀ ਗੱਲ ਕਰਾਂ ਤਾਂ ਇਸ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਕੁਝ ਦੁਨੀਆ ਦੇ ਅਮੀਰ ਭਿਖਾਰੀਆਂ ਦੀ ਗੱਲ ਕੀਤੀ ਜਾਏ, ਜਿਹੜੇ ਕਮਾਈ ਦੇ ਹਿਸਾਬ ਨਾਲ 1 ਤੋਂ 5 ਨੰਬਰ ਤੇ ਗਿਣੇ ਜਾਂਦੇ ਨੇ। ਇਹਨਾਂ ਵਿੱਚੋਂ ਵੀ ਜੋ 5ਵੇਂ ਤੇ ਪਹਿਲੇ ਬਾਰੇ ਦੱਸਾਂ ਤੇ ਮੁੰਬਈ ਤੋਂ ਲੈ ਕੇ ਕਮਾਈ ਪੱਖੋਂ 5ਵੇਂ ਨੰਬਰ ਦਾ ਭਿਖਾਰੀ ਮੁੰਬਈ ਦੇ ਖਾਰ ਵਿੱਚ ਰੋਜ਼ਾਨਾ 12 ਘੰਟੇ ਭੀਖ ਮੰਗਦਾ ਹੈ ਤੇ ਸਾਲਾਨਾ 5 ਤੋਂ 6 ਲੱਖ ਰੁਪਏ ਕਮਾਉਂਦਾ ਹੈ, ਜਿਸ ਦਾ ਰਹਿਣ ਸਹਿਣ ਆਪਣਾ ਚੰਗਾ ਖਾਸਾ ਅਪਾਰਟਮੈਂਟ ਦੇ ਵਿੱਚ ਹੈ। ਤੇ ਇਸ ਤੋਂ ਇਲਾਵਾ ਉਸ ਦੇ ਮੁੰਬਈ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਆਪਣੇ 2 ਘਰ ਹੋਰ ਨੇ। ਤੇ ਕਮਾਈ ਪੱਖੋਂ ਪਹਿਲੇ ਨੰਬਰ ਵਾਲੇ ਭਿਖਾਰੀ ਦੀ ਗੱਲ ਕਰੀਏ ਤਾਂ ਮੁੰਬਈ ਦੇ ਪਾਰਲੇ 'ਚ ਰੋਜ਼ਾਨਾ 16 ਘੰਟੇ ਭੀਖ ਮੰਗਦਾ ਹੈ। ਇਸ ਦੀ ਕਮਾਈ ਸਾਲਾਨਾ 1 ਮਿਲੀਅਨ ਯਾਨੀ 10 ਲੱਖ ਰੁਪਏ ਦੇ ਕਰੀਬ ਬਣਦੀ ਹੈ। ਇਸ ਦੀ ਜਾਇਦਾਦ ਦੀ ਗੱਲ ਕਰਾਂ ਤਾਂ 80 ਲੱਖ ਤੋਂ ਵੱਧ ਦੀ ਕੀਮਤ ਦੇ 2 ਅਪਾਰਟਮੈਂਟ, ਇੱਕ ਜੂਸ ਸੈਂਟਰ ਜਿਸ ਦਾ ਸਾਲਾਨਾ ਕਿਰਾਇਆ 1,20,000 ਰੁਪਏ ਤੋਂ ਉੱਪਰ ਹੈ ਤੇ ਇਸ ਤੋਂ ਇਲਾਵਾ ਪਰਿਵਾਰਕ ਕਾਰੋਬਾਰ ਵੀ ਹੈ। ਇੱਕ ਹੋਰ ਨਿਵੇਕਲੀ ਕਿਸਮ ਦੇ ਭਿਖਾਰੀ ਵੀ ਅੱਜਕੱਲ ਨਜ਼ਰੀ ਪੈਂਦੇ ਨੇ, ਜਿਹੜੇ ਪਾਸਪੋਰਟ ਦੇ ਦਫ਼ਤਰਾਂ ਦੇ ਬਾਹਰ ਭੀਖ ਮੰਗਦੇ ਅਕਸਰ ਨਜ਼ਰ ਆਉਂਦੇ ਨੇ। ਹੁਣ ਆਉਂਦੇ ਆ ਮਜਬੂਰੀ ਵਾਲੇ ਪਾਸੇ ਤੇ ਇੱਕ ਐਸੇ ਇਨਸਾਨ ਦੀ ਕਹਾਣੀ ਜਿਹੜਾ ਮਜਬੂਰੀ ਵਸ ਭਿਖਾਰੀ ਬਣਿਆ।
ਹੁਣ ਤੇ ਭਾਵੇਂ ਉਸ ਦੁਨੀਆ ਤੇ ਨਹੀਂ, ਪਰ ਉਸ ਦੀ ਆਤਮ ਕਥਾ ਨੇ ਭਿਖਾਰੀ ਨੂੰ ਦੇਖਣ ਦੇ ਨਜ਼ਰੀਏ 'ਚ ਬਦਲਾ ਲਿਆਂਦਾ। ਇੱਕ ਸਧਾਰਨ ਪਰਿਵਾਰ ਵਿੱਚ ਜੰਮੇ ਉਸ ਇਨਸਾਨ ਦੀ ਕਹਾਣੀ, ਜਿਸ ਦੇ ਪਰਿਵਾਰ ਦੀ ਕਮਾਈ ਪਰਿਵਾਰਕ ਮੈਂਬਰਾਂ ਦੀ ਗਿਣਤੀ ਤੋਂ ਕਾਫੀ ਘੱਟ ਸੀ। ਪੜ੍ਹਨ ਦੀ ਇੱਛਾ ਹੋਣ ਦੇ ਬਾਵਜੂਦ ਘਰ ਦੀ ਮਜਬੂਰੀ ਕਰਕੇ 8ਵੀਂ ਜਮਾਤ ਤੱਕ ਹੀ ਪੜ੍ਹ ਸਕਿਆ, ਕਿਉਂਕਿ ਪਰਿਵਾਰ ਦੀ ਨਜ਼ਰ ਵਿੱਚ ਪੜ੍ਹਾਈ ਦੀ ਥਾਂ ਕਮਾਈ ਦੀ ਜ਼ਿਆਦਾ ਲੋੜ ਸੀ। ਉਸੇ ਦਰਮਿਆਨ ਪਹਿਲਾਂ ਮਹਾਯੁੱਧ ਸ਼ੁਰੂ ਹੋ ਗਿਆ ਤੇ ਫਿਰ ਬਸ ਆਪਣੇ ਅੰਦਰਲੇ ਵਿਚਾਰ ਨੂੰ ਅਮਲੀ ਜਾਮਾ ਪਹਿਨਾ ਉਹ ਫੌਜ ਵਿੱਚ ਭਰਤੀ ਹੋ ਗਿਆ। ਕੰਮ ਵੀ ਜ਼ਿਆਦਾ ਸੀ ਤੇ ਕਮਾਈ ਨਾਲ ਗੁਜ਼ਾਰਾ ਵੀ ਠੀਕ ਠਾਕ ਚੱਲ ਪਿਆ ਤੇ ਹੌਲੀ-ਹੌਲੀ ਲੜਾਈ ਵੱਧਦੀ ਗਈ ਤੇ ਪਰਿਵਾਰ ਨਾਲ ਚਿੱਠੀ ਪੱਤਰ ਰਾਹੀਂ ਰਾਬਤਾ ਨਾ ਰਹਿ ਸਕਿਆ। ਉਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਮਰਿਆ ਸਮਝ ਲਿਆ ਤੇ ਭੁਲਾ ਗਏ। ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਮਨਜ਼ੂਰ ਸੀ ਤੇ ਉਸ ਲੜਾਈ 'ਚੋਂ ਅਪਾਹਜ ਹੋ ਕੇ ਕਈ ਸਾਲ ਮਿਲਟਰੀ ਹਸਪਤਾਲ ਵਿੱਚ ਦਾਖਲ ਰਿਹਾ। ਜਦੋਂ ਫਿਰ ਲੱਕੜੀ ਦੇ ਸਹਾਰੇ ਤੁਰਨ ਦੇ ਕਾਬਿਲ ਹੋਇਆ ਤਾਂ ਫਿਰ ਰੱਬ ਨੂੰ ਜਾਨ ਬਚਾਉਣ ਲਈ ਸ਼ੁਕਰੀਆ ਕਰਦਾ ਜਦੋਂ ਘਰ ਪਰਤਿਆ ਤਾਂ ਯੁੱਧ ਦੌਰਾਨ ਚਿਹਰੇ ਦੀ ਦਿੱਖ ਪਹਿਲਾਂ ਨਾਲੋਂ ਬਦਲ ਜਾਣ ਕਰਕੇ ਉਸ ਨੂੰ ਪਰਿਵਾਰ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਪਰਿਵਾਰ ਨੇ ਪਛਾਣਿਆ ਤੇ ਥੋੜੀ ਜਿਹੀ ਖੁਸ਼ੀ ਵੀ ਹੋਈ, ਪਰ ਭਰਾਵਾਂ ਦੇ ਤਾਨਿਆਂ ਕਰਕੇ ਉਸ ਨੂੰ ਘਰ ਛੱਡਣਾ ਪਿਆ। ਮਜਬੂਰੀਆਂ ਕਾਰਨ ਫਿਰ ਕੰਮ ਦੀ ਲੋੜ ਸੀ, ਕਿਉਂਕਿ 25 ਰੁਪਏ ਦੀ ਪੈਨਸ਼ਨ ਨਾਲ ਗੁਜ਼ਾਰਾ ਮੁਸ਼ਕਿਲ ਸੀ। ਜੀਵਨ ਬਿਲਕੁਲ ਹਨੇਰਾ ਜਾਪਿਆ, ਪਰ ਅੰਦਰਲੇ ਨੇ ਟਿਕਣ ਨਾ ਦਿੱਤਾ ਤੇ ਆਪਣਾ ਸ਼ਹਿਰ ਛੱਡ ਦੂਜੇ ਸ਼ਹਿਰ ਆ ਕੇ ਕੰਮ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਸਰੀਰਕ ਅਪੰਗਤਾ ਰਾਹ ਦਾ ਰੋੜਾ ਬਣ ਗਈ। ਜਿਹੜੇ ਕੁਝ ਰੁਪਈਏ ਸਨ ਉਹ ਵੀ 2 ਵੇਲੇ ਦੀ ਰੋਟੀ 'ਚ ਖਤਮ ਹੋ ਗਏ ਤੇ ਇੱਕ ਵਾਰ 4 ਦਿਨਾਂ ਤੱਕ ਰੋਟੀ ਨਸੀਬ ਨਾ ਹੋਈ ਤੇ 5ਵੇਂ ਦਿਨ ਨਿਢਾਲ ਹੋ ਗਿਆ ਤੇ ਮਜਬੂਰੀ ਬਸ ਲੋਕਾਂ ਅੱਗੇ ਹੱਥ ਅੱਡਣਾ ਪਿਆ। ਪਰ ਉਹ ਸਮਾਂ ਆਤਮ ਗਿਲਾਨੀ ਭਰਿਆ ਸੀ ਤੇ ਰਹੀਮ ਜੀ ਦਾ ਸਲੋਕ ਯਾਦ ਆ ਗਿਆ, ਰਹਿਮਨ ਵੇ ਨਰ ਮਰ ਚੁੱਕੇ ਜੋ ਕਾਹੂ ਮੰਗਣ ਜਾਏ। ਕੁਝ ਦਿਨਾਂ ਤੱਕ ਆਪਣੇ ਅੰਦਰਲੇ ਨਾਲ ਇਹ ਲੜਾਈ ਚਲਦੀ ਰਹੀ। ਕਦੀ-ਕਦੀ ਲੋਕਾਂ ਦਾ ਵਿਹਾਰ ਤੇ ਉਹਨਾਂ ਦੀ ਦੁਤਕਾਰ ਅੰਦਰ ਤੱਕ ਹਿਲਾ ਜਾਂਦੀ, ਪਰ ਫਿਰ ਹੌਲੀ-ਹੌਲੀ ਆਦਤ ਬਣ ਗਈ ਤੇ ਸਮਾਂ ਪਾ ਕੇ ਆਲੇ-ਦੁਆਲੇ ਦੇ ਹੋਰ ਭਿਖਾਰੀਆਂ ਨਾਲ ਦੋਸਤੀ ਹੋ ਗਈ ਤੇ ਕੁਝ ਪੜ੍ਹਿਆ ਲਿਖਿਆ ਹੋਣ ਕਰਕੇ ਬਾਕੀ ਭਿਖਾਰੀ ਉਸ ਦਾ ਸਤਿਕਾਰ ਕਰਨ ਲੱਗ ਪਏ ਤੇ ਰੁਪਏ ਪੈਸੇ ਦੀ ਕੋਈ ਚਿੰਤਾ ਨਾ ਰਹੀ। ਰੋਟੀ ਦਾ ਜੁਗਾੜ ਸੋਹਣਾ ਚੱਲ ਪਿਆ ਤੇ ਇਹਨਾਂ ਹਾਲਾਤਾਂ ਵਿੱਚ ਵੀ ਕਦੀ-ਕਦੀ ਅੰਤਰਾਤਮਾ ਝੰਜੋੜਦੀ ਤੇ ਜੀਵਨ ਬੇਕਾਰ ਜਿਹਾ ਜਾਪਣ ਲੱਗਦਾ। ਪਰ ਗੱਲ ਕਰੀਏ ਅੱਜ ਦੇ ਸਮੇਂ ਦੀ ਤਾਂ ਭੀਖ ਇੱਕ ਅਪਰਾਧਿਕ ਪ੍ਰਵਿਰਤੀ ਬਣ ਚੁੱਕੀ ਹੈ। ਕਈ ਛੋਟੇ-ਛੋਟੇ ਬੱਚਿਆਂ ਨੂੰ ਗੈਰ ਕਾਨੂੰਨੀ ਕੰਮਾਂ ਲਈ ਇਸਤੇਮਾਲ ਕੀਤਾ ਜਾਣ ਲੱਗ ਪਿਆ ਹੈ। ਭਾਵੇਂ ਸਾਡੇ ਦੇਸ਼ ਵਿੱਚ ਇਹ ਅਪਰਾਧ ਹੈ ਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਇਸ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਕਦੋਂ ਇਹ ਸਭ ਦਾ ਹੱਲ ਹੋ ਸਕੇਗਾ, ਇਸ ਦਾ ਜਵਾਬ ਦੇਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਭਿਖਾਰੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਇਸ ਤੇ ਕਾਨੂੰਨ ਦੇ ਨਾਲ-ਨਾਲ ਸਮਾਜ ਦੀ ਸਵੱਲੀ ਨਜ਼ਰ, ਪਿਆਰ ਤੇ ਕੁਝ ਸਮਾਂ ਦੇਣ ਦੀ ਲੋੜ। ਯਕੀਨਨ ਤੌਰ ਤੇ ਦੇਸ਼ ਦੀ ਅਗਵਾਈ ਕਰਨ ਵਾਲੀਆਂ ਸਰਕਾਰਾਂ ਨੂੰ ਵੀ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਸ਼ਾਇਦ ਇਸ ਵੱਧਦੀ ਹੋਈ ਇਸ ਸਮੱਸਿਆ ਤੋਂ ਨਿਜਾਤ ਦਿਵਾ ਸਕੇ। ਇਸੇ ਆਸ ਨਾਲ ਜ਼ਿੰਦਗੀ ਨਾਲ ਜੁੜੇ ਕੁਝ ਹੋਰ ਵਿਸ਼ਿਆਂ ਰਾਹੀਂ ਪਾਵਾਂਗੇ ਅਗਲੀ ਬਾਤ ਤੁਹਾਡੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।